ਸੋ ਪਿਆਰੇ ਵਿਦਿਆਰਥੀਓ, ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ +1 ਕਲਾਸ ਦੇ ਚੈਪਟਰ ਨੰਬਰ 2 ਦੇ ਬਾਰੇ, ਜਿਸ ਦਾ ਨਾਮ ਹੈ ਯੂਜ਼ਸ ਆਫ ਇੰਟਰਨੈਟ, ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਪਿਊਟਰ ਸਾਇੰਸ ਵਿਸ਼ੇ ਦਾ ਚੈਪਟਰ ਹੈ। ਇਸ ਪਾਠ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਇੰਟਰਨੈਟ ਕੀ ਹੁੰਦਾ ਹੈ, ਇੰਟਰਨੈਟ ਦੀਆਂ ਐਪਲੀਕੇਸ਼ਨਸ ਕੀ ਹੁੰਦੀਆਂ ਹਨ, ਇੰਟਰਨੈਟ ਦੇ ਉੱਤੇ ਸਰਚ ਕਿਵੇਂ ਕੀਤਾ ਜਾਂਦਾ ਹੈ ਅਤੇ ਇੰਟਰਨੈਟ ਦੀ ਸਿਕਿਉਰਿਟੀ ਕੀ ਹੈ, ਇੰਟਰਨੈਟ ਅਤੇ ਵਰਲਡ ਵਾਈਡ ਵੈਬ ਦੇ ਵਿੱਚ ਕੀ ਡਿਫਰੈਂਸ ਹੈ। ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਫਸਟ ਟੌਪਿਕ ਦੀ ਗੱਲ ਕਰਦੇ ਹਾਂ, ਜਿਸ ਦਾ ਨਾਮ ਹੈ ਵਾਟ ਇਜ਼ ਇੰਟਰਨੈਟ। ਦਾ ਨੇਮ ਇੰਟਰਨੈਟ ਇਟਸੈਲਫ ਸੁਜੈਸਟਸ ਇਟਸ ਮੀਨਿੰਗ। ਜਿਵੇਂ ਆਪਣੇ ਆਪ ਤੌਰ 'ਤੇ ਹੀ ਇੰਟਰਨੈਟ ਆਪਣੇ ਨਾਮ ਨੂੰ ਬਿਆਨ ਕਰਦਾ ਹੈ। ਇਟ ਸਟੈਂਡਸ ਫॉर ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਸ। ਦੁਨੀਆ ਦੇ ਵਿੱਚ ਜਿੰਨੇ ਵੀ ਕੰਪਿਊਟਰਸ ਨੇ, ਜਦੋਂ ਉਹਨਾਂ ਸਾਰਿਆਂ ਨੂੰ ਜੋੜ ਦਿੱਤਾ ਜਾਂਦਾ ਤਾਂ ਇੱਕ ਇੰਟਰਨੈਟ ਬਣ ਜਾਂਦਾ ਹੈ। ਜਾਂ ਅਸੀਂ ਇਹ ਵੀ ਕਹਿ ਲਈਏ ਕਿ ਵੱਖ-ਵੱਖ ਨੈਟਵਰਕਸ ਨੂੰ ਜਦੋਂ ਆਪਸ ਵਿੱਚ ਜੋੜ ਦਿੱਤਾ ਜਾਂਦਾ ਤਾਂ ਉਹ ਇੰਟਰਨੈਟ ਬਣ ਜਾਂਦਾ ਹੈ। ਏ ਨੈਟਵਰਕ ਇਜ਼ ਏ ਇੰਟਰਕਨੈਕਸ਼ਨ ਬਿਟਵੀਨ 2 ਔਰ ਮੋਰ ਕੰਪਿਊਟਰਸ। ਨੈਟਵਰਕ ਦੇ ਬਾਰੇ ਜਿਵੇਂ ਤੁਸੀਂ ਜਾਣਦੇ ਹੋ ਕਿ ਨੈਟਵਰਕ ਦੇ ਵਿੱਚ ਕੀ ਹੁੰਦਾ ਹੈ, ਦੋ ਜਾਂ ਦੋ ਤੋਂ ਜ਼ਿਆਦਾ ਕੰਪਿਊਟਰਸ ਨੂੰ ਜਦੋਂ ਆਪਸ ਵਿੱਚ ਤਾਰਾਂ ਦੇ ਰਸਤੇ ਜਾਂ ਵਾਇਰਲੈਸ ਮੈਥਡ ਦੇ ਨਾਲ ਅਸੀਂ ਆਪਸ ਵਿੱਚ ਜੋੜਦੇ ਹਾਂ ਤਾਂ ਇੱਕ ਨੈਟਵਰਕ ਬਣ ਜਾਂਦਾ ਹੈ। The internet, sometimes simply called the net, is a global network connecting millions of computers all over the world. ਇੰਟਰਨੈਟ ਕੀ ਹੈ ਕਿ ਜਿਹਦੇ ਵਿੱਚ ਜਿੰਨੇ ਵੀ ਨੈਟਵਰਕਸ ਨੇ, ਜਿੰਨੇ ਵੀ ਕੰਪਿਊਟਰਸ ਨੇ, ਉਹ ਸਾਰੇ ਹੀ ਆਪਸ ਵਿੱਚ ਜੁੜ ਜਾਂਦੇ ਨੇ ਤਾਂ ਅਸੀਂ ਉਸ ਨੂੰ ਇੰਟਰਨੈਟ ਬੋਲਦੇ ਹਾਂ। These computers are digitally connected to each other by cable, fiber cable or wireless link. ਇਹ ਜਿੰਨੇ ਵੀ ਕੰਪਿਊਟਰ ਹੁੰਦੇ ਨੇ ਸਾਰੇ ਹੀ ਆਪਸ ਵਿੱਚ ਜੁੜੇ ਹੁੰਦੇ ਨੇ। ਇਹਨਾਂ ਦੇ ਵਿੱਚ ਤੁਸੀਂ ਤਾਰਾਂ ਦੀ ਵਰਤੋਂ ਵੀ ਕਰ ਸਕਦੇ ਹੋ ਜਾਂ ਤਾਰਾਂ ਤੋਂ ਬਗੈਰ ਹਵਾਈ ਰਸਤੇ ਦੀ ਵੀ ਵਰਤੋਂ ਕਰ ਸਕਦੇ ਹੋ। ਤਾਰਾਂ ਦੇ ਵਿੱਚ ਤੁਸੀਂ ਕੋਐਕਸੀਅਲ ਕੇਬਲ ਯੂਜ਼ ਕਰ ਸਕਦੇ ਹੋ ਜਾਂ ਇਸ ਦੇ ਵਿੱਚ ਫਾਈਬਰ ਕੇਬਲ ਦੀ ਵਰਤੋਂ ਕੀਤੀ ਜਾ ਸਕਦੀ ਹੈ। We can use the internet to browse websites, communicate with peoples, download pictures and videos, listen music or do lots of other amazing things. ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਕਈ ਪ੍ਰਕਾਰ ਦੇ ਕੰਮ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਤੁਸੀਂ ਜਿਵੇਂ ਲੋਕਾਂ ਦੇ ਨਾਲ ਕਮਿਊਨੀਕੇਟ ਕਰ ਸਕਦੇ ਹੋ, ਵੱਖ-ਵੱਖ ਤਰ੍ਹਾਂ ਦੀਆਂ ਵੈਬਸਾਈਟਸ ਦੇ ਵਿੱਚ ਤੁਸੀਂ ਇਨਫੋਰਮੇਸ਼ਨ ਨੂੰ ਸਰਚ ਕਰ ਸਕਦੇ ਹੋ, ਦੇਖ ਸਕਦੇ ਹੋ, ਵੀਡੀਓਜ਼ ਦੇਖ ਸਕਦੇ ਹੋ, ਉਹਨਾਂ ਨੂੰ ਡਾਊਨਲੋਡ ਕਰ ਸਕਦੇ ਹੋ, ਮੂਵੀਜ਼ ਦੇਖ ਸਕਦੇ ਹੋ, ਗਾਣੇ ਸੁਣ ਸਕਦੇ ਹੋ ਅਤੇ ਹੋਰ ਵੀ ਕਈ ਪ੍ਰਕਾਰ ਦੇ ਕੰਮ ਨੇ ਜਿਹੜੇ ਤੁਸੀਂ ਇੰਟਰਨੈਟ ਦੀ ਮਦਦ ਦੇ ਨਾਲ ਕਰ ਸਕਦੇ ਹੋ। ਸੋ ਕੁੱਲ ਮਿਲਾ ਕੇ ਜੇ ਕਹਿ ਲਿਆ ਜਾਵੇ ਕਿ ਇੰਟਰਨੈਟ ਕੀ ਹੁੰਦਾ ਹੈ ਤਾਂ ਤੁਸੀਂ ਕਹਿ ਸਕਦੇ ਹੋ ਇਟ ਇਜ਼ ਏ ਨੈਟਵਰਕ ਆਫ ਨੈਟਵਰਕਸ। ਵੱਖ-ਵੱਖ ਨੈਟਵਰਕਸ ਦਾ ਜੋ ਇੱਕ ਸਮੂਹ ਹੈ ਉਸ ਨੂੰ ਅਸੀਂ ਇੰਟਰਨੈਟ ਬੋਲਦੇ ਹਾਂ, ਜਿਸ ਦੇ ਵਿੱਚ ਕੰਪਿਊਟਰ ਟੈਕਨੋਲੋਜੀ ਅਤੇ ਮੋਬਾਈਲ ਟੈਕਨੋਲੋਜੀ ਦੋਨੋਂ ਹੀ ਸ਼ਾਮਲ ਹੁੰਦੀਆਂ ਹਨ। ਸੋ ਨੈਕਸਟ ਟੌਪਿਕ ਦੀ ਅਸੀਂ ਗੱਲ ਕਰਦੇ ਹਾਂ, ਜਿਸ ਦਾ ਨਾਮ ਹੈ ISP, ਯਾਨੀ ਕਿ ਇੰਟਰਨੈਟ ਸਰਵਿਸ ਪ੍ਰੋਵਾਈਡਰ। ISP ਕੀ ਹੈ? ISP ਇੱਕ ਕੰਪਨੀ ਦਾ ਨਾਮ ਹੈ ਜਾਂ ISP ਅਸੀਂ ਇੱਕ ਕੰਪਨੀ ਨੂੰ ਕਹਿ ਸਕਦੇ ਹਾਂ ਜੋ ਸਾਨੂੰ ਇੰਟਰਨੈਟ ਨੂੰ ਵਰਤਣ ਲਈ ਇੱਕ ਸਰਵਿਸ ਮੁਹੱਈਆ ਕਰਵਾਉਂਦੀ ਹੈ। ਇੰਟਰਨੈਟ ਸਰਵਿਸ ਪ੍ਰੋਵਾਈਡਰ ਇਜ਼ ਅ ਕੰਪਨੀ ਡੈਟ ਪ੍ਰੋਵਾਈਡਸ ਇੰਟਰਨੈਟ ਕਨੈਕਸ਼ਨ ਐਂਡ ਸਰਵਿਸਿਜ਼ ਟੂ ਇੰਡੀਵਿਜੂਅਲਸ ਐਂਡ ਆਰਗੇਨਾਈਜੇਸ਼ਨ। ਕੋਈ ਵੀ ਆਰਗੇਨਾਈਜੇਸ਼ਨ ਜਾਂ ਕੋਈ ਵੀ ਇੱਕ ਵਿਅਕਤੀ ਕਿਸੇ ਵੀ ਇੰਟਰਨੈਟ ਸਰਵਿਸ ਪ੍ਰੋਵਾਈਡਰ ਜਿਹੜੀਆਂ ਕੰਪਨੀਜ਼ ਨੇ ਉਹਨਾਂ ਕੋਲੋਂ ਇੰਟਰਨੈਟ ਦੀ ਸਰਵਿਸ ਲੈ ਸਕਦਾ ਹੈ। ਇੰਟਰਨੈਟ ਦੀ ਸਰਵਿਸ ਲੈਣ ਲਈ ਸਾਨੂੰ ਕੰਪਨੀ ਨੂੰ ਕੁਝ ਫੀਸ ਪੇ ਕਰਨੀ ਹੁੰਦੀ ਹੈ ਜਾਂ ਕੰਪਨੀ ਕੋਲੋਂ ਕੋਈ ਪਲਾਨ ਲੈਣਾ ਹੁੰਦਾ ਹੈ ਜਿਸ ਦਾ ਸਾਨੂੰ ਕੁਛ ਨਾ ਕੁਛ ਕੰਪਨੀ ਨੂੰ ਪੇ ਕਰਨਾ ਹੁੰਦਾ ਹੈ ਅਤੇ ਕੰਪਨੀ ਸਾਨੂੰ ਉਹਨਾਂ ਪੈਸਿਆਂ ਦੇ ਬਦਲੇ, ਉਸ ਪਲਾਨ ਦੇ ਬਦਲੇ ਸਾਨੂੰ ਇੰਟਰਨੈਟ ਦਾ ਕਨੈਕਸ਼ਨ ਦਿੰਦੀ ਹੈ ਅਤੇ ਅਸੀਂ ਉਸ ਕਨੈਕਸ਼ਨ ਨੂੰ ਯੂਜ਼ ਕਰਦੇ ਹਾਂ। ਜਿਹੜੀ ਕੰਪਨੀ ਹੁੰਦੀ ਹੈ ਸਾਨੂੰ ਇੰਟਰਨੈਟ ਦੀ ਸਰਵਿਸ ਨੂੰ ਚਲਾਉਣ ਲਈ ਕੁਝ ਸੌਫਟਵੇਅਰ ਦਿੰਦੀ ਹੈ ਜਾਂ ਸਾਨੂੰ ਕੁਝ ਯੂਜ਼ਰਨੇਮ ਪਾਸਵਰਡ ਦਿੰਦੀ ਹੈ, ਇੱਕ ਸਿਮ ਦਿੱਤੀ ਜਾਂਦੀ ਹੈ ਜਾਂ ਸਾਨੂੰ ਕੋਈ ਕੰਟੈਕਟ ਨੰਬਰ ਦਿੱਤਾ ਜਾਂਦਾ ਹੈ ਜਿਸ ਨੂੰ ਯੂਜ਼ ਕਰਕੇ ਅਸੀਂ ਆਪਣੀ ਇੰਟਰਨੈਟ ਦੀ ਸਰਵਿਸ ਨੂੰ ਸਟਾਰਟ ਕਰਵਾ ਸਕਦੇ ਹਾਂ। ਅੱਜ ਕੱਲ੍ਹ ਕਾਫੀ ਫੇਮਸ ਜੋ ਕੰਪਨੀਜ਼ ਇੰਡੀਆ ਦੇ ਵਿੱਚ ਵਰਕ ਕਰ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਵੋਡਾਫੋਨ, ਆਈਡੀਆ, ਏਅਰਟੈਲ ਜਾਂ ਜੀਓ, BSNL, ਇਹ ਉਹ ਕੰਪਨੀਜ਼ ਨੇ ਜਿਹੜੀਆਂ ਸਾਡੇ ਕੋਲੋਂ ਪੈਸੇ ਲੈ ਕੇ, ਸਾਡੇ ਕੋਲੋਂ ਫੀਸ ਲੈ ਕੇ ਸਾਨੂੰ ਇੰਟਰਨੈਟ ਦੀ ਸਰਵਿਸ ਦਿੰਦੀਆਂ ਨੇ ਅਤੇ ਜਦੋਂ ਵੀ ਅਸੀਂ ਇੰਟਰਨੈਟ ਨੂੰ ਚਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਕੰਪਨੀਜ਼ ਦੀ, ਇਹਨਾਂ ਸਰਵਿਸ ਪ੍ਰੋਵਾਈਡਰ ਦੀ
सिम परचेज़ करनी पैंदी है। ਅਸੀਂ सिम परचेज़ ਕਰਨ ਤੋਂ ਬਾਅਦ ਉਹਦੇ ਉੱਪਰ ਕੋਈ ਵੀ ਇੰਟਰਨੈਟ ਦਾ ਪਲਾਨ ਲੈ ਸਕਦੇ ਹਾਂ ਅਤੇ ਆਪਣੇ ਕੰਪਿਊਟਰ ਜਾਂ ਮੋਬਾਈਲ ਦੇ ਵਿੱਚ ਇੰਟਰਨੈਟ ਦੀ ਸਰਵਿਸ ਨੂੰ ਯੂਜ਼ ਕਰ ਸਕਦੇ ਹਾਂ। ਵਿਦਆਊਟ ਇੰਟਰਨੈਟ ਸਰਵਿਸ ਪ੍ਰੋਵਾਈਡਰ ਅਸੀਂ ਇੰਟਰਨੈਟ ਨੂੰ ਯੂਜ਼ ਨਹੀਂ ਕਰ ਸਕਦੇ। ਜਿਵੇਂ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਕਿ ਅਗਰ ਤਾਂ ਅਸੀਂ ਆਪਣੇ ਕੰਪਿਊਟਰ ਦੇ ਵਿੱਚ ਜਾਂ ਮੋਬਾਈਲ ਦੇ ਵਿੱਚ ਇੰਟਰਨੈਟ ਨੂੰ ਚਲਾਉਣਾ ਚਾਹੁੰਦੇ ਹਾਂ ਤਾਂ ਅਸੀਂ ਇੰਟਰਨੈਟ ਦੀ ਵਰਤੋਂ ਕਿਸੇ ਸਰਵਿਸ ਪ੍ਰੋਵਾਈਡਰ ਦੀ ਮਦਦ ਦੇ ਨਾਲ ਹੀ ਕਰ ਸਕਦੇ ਹਾਂ। ਅਗਰ ਸਰਵਿਸ ਪ੍ਰੋਵਾਈਡਰ ਨਹੀਂ ਹੋਏਗਾ ਤਾਂ ਅਸੀਂ ਇੰਟਰਨੈਟ ਨੂੰ ਯੂਜ਼ ਨਹੀਂ ਕਰ ਸਕਦੇ। ਅੱਗੇ ਗੱਲ ਕੀਤੀ ਜਾਂਦੀ ਹੈ ਕਿ ਵੈਬ ਬਰਾਊਜ਼ਰਸ ਕੀ ਹੁੰਦੇ ਨੇ। A web browser or simply browser is an application software that allows us to view and access websites on internet. ਬੇਸਿਕਲੀ ਵੈਬ ਬਰਾਊਜ਼ਰ ਕੀ ਹੁੰਦੇ ਨੇ, ਇੱਕ ਤਰ੍ਹਾਂ ਦੇ ਐਪਲੀਕੇਸ਼ਨ ਸੌਫਟਵੇਅਰ ਹੁੰਦੇ ਨੇ। ਤੁਸੀਂ ਇਹਨਾਂ ਨੂੰ ਵੈਬ ਬਰਾਊਜ਼ਰ ਵੀ ਕਹਿ ਸਕਦੇ ਹੋ ਜਾਂ ਇਕੱਲਾ ਬਰਾਊਜ਼ਰ ਵੀ ਕਹਿ ਸਕਦੇ ਹੋ। ਇਹ ਤੁਹਾਨੂੰ ਕੀ ਅਲਾਓ ਕਰਦਾ ਕਿ ਤੁਸੀਂ ਵੈਬ ਬਰਾਊਜ਼ਰ ਦੀ ਮਦਦ ਦੇ ਨਾਲ ਵੱਖ-ਵੱਖ ਵੈਬਸਾਈਟਸ ਨੂੰ ਖੋਲ੍ਹ ਕੇ ਦੇਖ ਸਕਦੇ ਹੋ। ਉਹਨਾਂ ਵਿੱਚ ਜੋ ਵੀ ਇਨਫੋਰਮੇਸ਼ਨ ਹੈ ਉਸਨੂੰ ਤੁਸੀਂ ਐਕਸੈਸ ਕਰ ਸਕਦੇ ਹੋ। ਜਿਵੇਂ ਅਸੀਂ ਜਾਣਦੇ ਹਾਂ ਕਿ ਮੋਬਾਈਲ ਦੇ ਵਿੱਚ ਹਰ ਕੰਮ ਕਰਨ ਲਈ ਇੱਕ ਵੱਖਰਾ ਐਪਲੀਕੇਸ਼ਨ ਸੌਫਟਵੇਅਰ ਹੁੰਦਾ ਹੈ। ਐਗਜ਼ਾਮਪਲ ਤੁਸੀਂ ਕੈਲਕੂਲੇਸ਼ਨਸ ਕਰਨੀਆਂ ਨੇ ਤਾਂ ਤੁਹਾਡੇ ਕੋਲ ਇੱਕ ਕੈਲਕੂਲੇਟਰ ਨਾਂ ਦਾ ਸੌਫਟਵੇਅਰ ਹੋਏਗਾ, ਭਾਵੇਂ ਤੁਸੀਂ ਮੋਬਾਈਲ ਦੇ ਵਿੱਚ ਕੈਲਕੂਲੇਸ਼ਨ ਕਰੋ ਜਾਂ ਤੁਸੀਂ ਆਪਣੇ ਕੰਪਿਊਟਰ ਦੇ ਵਿੱਚ ਕੈਲਕੂਲੇਸ਼ਨ ਕਰੋ। ਮਿਊਜ਼ਿਕ ਸੁਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਮਿਊਜ਼ਿਕ ਪਲੇਅਰ ਹੋਏਗਾ। ਉਸੇ ਹੀ ਤਰ੍ਹਾਂ ਅਗਰ ਤੁਸੀਂ ਇੰਟਰਨੈਟ ਚਲਾਉਣਾ ਚਾਹੁੰਦੇ ਹੋ ਤਾਂ ਜਿੰਨੇ ਟਾਈਮ ਤੱਕ ਤੁਹਾਡੇ ਕੋਲ ਕੋਈ ਨਾ ਕੋਈ ਵੈਬ ਬਰਾਊਜ਼ਰ ਨਹੀਂ ਹੈਗਾ ਤੁਸੀਂ ਉਨੇ ਟਾਈਮ ਤੱਕ ਵੈਬਸਾਈਟਸ ਨੂੰ ਖੋਲ੍ਹ ਨਹੀਂ ਸਕਦੇ। ਇਟ ਅਲਾਉਜ਼ ਅ ਯੂਜ਼ਰ ਟੂ ਲੋਕੇਟ, ਐਕਸੈਸ ਐਂਡ ਡਿਸਪਲੇ ਵੈਬ ਪੇਜਸ। ਵੈਬ ਬਰਾਊਜ਼ਰ ਦੇ ਉੱਤੇ ਤੁਸੀਂ ਵੱਖ-ਵੱਖ ਵੈਬ ਪੇਜ ਨੂੰ ਖੋਲ੍ਹਦੇ ਹੋ ਅਤੇ ਉਹ ਸਾਰੇ ਹੀ ਵੈਬ ਪੇਜ ਜਿੰਨੇ ਹੁੰਦੇ ਨੇ ਤੁਹਾਡੇ ਵੈਬ ਬਰਾਊਜ਼ਰ ਦੇ ਉੱਤੇ ਡਿਸਪਲੇ ਹੁੰਦੇ ਨੇ। ਯੂਜ਼ਰ ਕੈਨ ਰਿਕੁਐਸਟ ਫॉर ਐਨੀ ਵੈਬ ਪੇਜ ਬਾਈ ਜਸਟ ਐਂਟਰਿੰਗ ਅ URL ਇਨ ਦਾ ਐਡਰੈਸ ਬਾਰ ਆਫ ਦੀ ਬਰਾਊਜ਼ਰ। ਤੁਸੀਂ ਕਿਸੇ ਵੀ ਵੈਬਸਾਈਟ ਨੂੰ ਓਪਨ ਕਰ ਸਕਦੇ ਹੋ, ਪਰ ਤੁਹਾਨੂੰ ਉਸ ਵੈਬਸਾਈਟ ਨੂੰ ਓਪਨ ਕਰਨ ਲਈ ਤੁਹਾਡੇ ਵੈਬ ਬਰਾਊਜ਼ਰ ਦੀ ਐਡਰੈਸ ਬਾਰ ਦੇ ਵਿੱਚ ਉਸਦੇ ਐਡਰੈਸ ਨੂੰ ਟਾਈਪ ਕਰਨਾ ਪਵੇਗਾ, ਜਿਸ ਨੂੰ ਅਸੀਂ URL ਬੋਲਦੇ ਹਾਂ, ਯਾਨੀ ਕਿ ਯੂਨੀਫਾਰਮ ਰਿਸੋਰਸ ਲੋਕੇਟਰ ਐਡਰੈਸ ਬੋਲਦੇ ਹਾਂ। ਇਸ ਦੀ ਵਰਤੋਂ ਕਰਕੇ ਹੀ ਤੁਸੀਂ ਕਿਸੇ ਖਾਸ ਵੈਬਸਾਈਟ ਦੇ ਕਿਸੇ ਖਾਸ ਪੇਜ ਦੇ ਉੱਪਰ ਜਾ ਸਕਦੇ ਹੋ। ਅ ਬਰਾਊਜ਼ਰ ਕੈਨ ਸ਼ੋ ਸਿੰਪਲ ਟੈਕਸਟ, ਆਡੀਓ, ਵੀਡੀਓ, ਹਾਈਪਰਲਿੰਕਸ ਐਂਡ ਐਨੀਮੇਸ਼ਨਸ। ਬਰਾਊਜ਼ਰ ਦੇ ਵਿੱਚ ਜਿੰਨੀ ਵੀ ਵੈਬਸਾਈਟ ਦੇ ਉੱਪਰ ਇਨਫੋਰਮੇਸ਼ਨ ਹੁੰਦੀ ਹੈ, ਭਾਵੇਂ ਉਹ ਸਿੰਪਲ ਟੈਕਸਟ ਹੈ ਜਾਂ ਕੋਈ ਵੀਡੀਓ ਹੈ ਜਾਂ ਕੋਈ ਆਡੀਓ ਫਾਈਲ ਹੈ ਜਾਂ ਕੁਛ ਐਨੀਮੇਸ਼ਨਸ ਨੇ, ਸੇਮ ਐਜ਼ ਹੀ ਉਹ ਤੁਹਾਨੂੰ ਆਪਣੀ ਸਕਰੀਨ ਦੇ ਉੱਤੇ ਉਹ ਡਿਸਪਲੇ ਕਰਵਾਉਂਦੇ ਨੇ। The main function of the web browser is to fetch information, resources from the web and display them on a user's device like PC, laptop or mobile. ਜਿੰਨੇ ਵੀ ਵੈਬ ਬਰਾਊਜ਼ਰ ਹੁੰਦੇ ਨੇ ਇਹ ਵੈਬਸਾਈਟ ਤੋਂ ਇਨਫੋਰਮੇਸ਼ਨ ਗੈਟ ਕਰਕੇ ਤੁਹਾਨੂੰ ਸਕਰੀਨ ਉੱਤੇ ਡਿਸਪਲੇ ਕਰਕੇ ਦਿਖਾਉਂਦੇ ਨੇ। There are lots of browsers available in the market today. ਕਈ ਤਰ੍ਹਾਂ ਦੇ ਬਰਾਊਜ਼ਰ ਅਵੇਲੇਬਲ ਨੇ ਅੱਜ ਕੱਲ੍ਹ ਮਾਰਕੀਟ ਦੇ ਵਿੱਚ, ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਅਤੇ ਫ੍ਰੀ ਆਫ ਕੋਸਟ ਇੰਟਰਨੈਟ ਤੋਂ ਡਾਊਨਲੋਡ ਵੀ ਕਰ ਸਕਦੇ ਹੋ। ਮੋਸਟ ਜਿਹੜੇ ਫੇਮਸ ਬਰਾਊਜ਼ਰ ਨੇ, ਜਿਵੇਂ ਮਾਈਕਰੋਸੋਫਟ ਦਾ ਆਪਣਾ ਬਰਾਊਜ਼ਰ ਹੈ ਜਿਸ ਨੂੰ ਅਸੀਂ ਮਾਈਕਰੋਸੋਫਟ ਇੰਟਰਨੈਟ ਬਰਾਊਜ਼ਰ ਬੋਲਦੇ ਹਾਂ, ਜਿਸ ਦਾ ਪੂਰਾ ਨਾਮ ਕੀ ਹੈ, ਮਾਈਕਰੋਸੋਫਟ ਇੰਟਰਨੈਟ ਐਕਸਪਲੋਰਰ। ਅੱਜ ਕੱਲ੍ਹ ਇਸ ਦਾ ਨਿਊ ਨੇਮ ਹੈ ਐਜ, ਯਾਨੀ ਕਿ ਇੱਕ ਅਪਡੇਟਡ ਵਰਜ਼ਨ ਅਵੇਲੇਬਲ ਹੈ ਜਿਸ ਨੂੰ ਅਸੀਂ ਮਾਈਕਰੋਸੋਫਟ ਐਜ ਬੋਲਦੇ ਹਾਂ। ਹੋਰ ਜੋ ਫੇਮਸ ਅਸੀਂ ਸੌਫਟਵੇਅਰ ਯੂਜ਼ ਕਰਦੇ ਹਾਂ ਬਰਾਊਜ਼ਰ, ਗੂਗਲ ਕ੍ਰੋਮ, ਐਪਲ ਸਫਾਰੀ, ਮੋਜ਼ੀਲਾ ਫਾਇਰਫੌਕਸ, ਓਪੇਰਾ। ਰਾਈਟ ਸਾਈਡ 'ਤੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਕੁਝ ਆਈਕਨਸ ਦੇਖ ਰਹੇ ਹੋ, ਇਹ ਸਾਰੇ ਹੀ ਉਹ ਆਈਕਨ ਨੇ ਜਿਨ੍ਹਾਂ ਬਰਾਊਜ਼ਰ ਨੂੰ ਤੁਸੀਂ ਯੂਜ਼ ਕਰਦੇ ਹੋ। ਸੋ ਅੱਗੇ ਗੱਲ ਕਰਦੇ ਹਾਂ ਕਿ ਬੁੱਕਮਾਰਕਸ ਅਤੇ ਫੇਵਰੇਟਸ ਕੀ ਹੁੰਦੇ ਨੇ। ਬੱਚੋ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਬਰਾਊਜ਼ਰ ਦੇ ਉੱਪਰ ਵੱਖ-ਵੱਖ ਵੈਬਸਾਈਟਸ ਨੂੰ ਖੋਲ੍ਹਦੇ ਹੋ। ਜਿੰਨੀ ਵਾਰ ਵੀ ਤੁਸੀਂ ਕਿਸੇ ਵੈਬਸਾਈਟ ਨੂੰ ਖੋਲ੍ਹਦੇ ਹੋ ਓਨੀ ਹੀ ਟਾਈਮ ਤੁਹਾਨੂੰ ਉਸਦਾ ਜੋ URL ਹੁੰਦਾ ਹੈ ਬਰਾਊਜ਼ਰ ਦੀ ਐਡਰੈਸ ਬਾਰ ਦੇ ਵਿੱਚ ਟਾਈਪ ਕਰਨਾ ਪੈਂਦਾ ਹੈ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਅਸੀਂ ਬਾਰ-ਬਾਰ ਇੱਕੋ ਹੀ ਵੈਬਸਾਈਟ ਨੂੰ ਖੋਲ੍ਹਣਾ ਚਾਹੁੰਦੇ ਹਾਂ, ਯਾਨੀ ਕਿ ਅਸੀਂ ਇੱਕੋ ਹੀ ਵੈਬਸਾਈਟ ਦੇ ਉੱਪਰ ਇਨਫੋਰਮੇਸ਼ਨ ਨੂੰ ਗੈਟ ਕਰਦੇ ਹਾਂ। ਬਾਰ-ਬਾਰ ਉਸਦੇ URL ਨੂੰ ਟਾਈਪ ਕਰਨ ਦੀ ਬਜਾਏ ਅਸੀਂ ਉਹਦਾ ਇੱਕ ਬੁੱਕਮਾਰਕ ਆਪਣੀ ਬਰਾਊਜ਼ਰ ਦੇ ਵਿੱਚ ਸੇਵ ਕਰ ਲੈਂਦੇ ਹਾਂ ਕਿ ਸਾਨੂੰ ਬਾਰ-ਬਾਰ ਉਸਦਾ ਐਡਰੈਸ ਟਾਈਪ ਕਰਨ ਦੀ ਲੋੜ ਨਾ ਪਵੇ। ਅਸੀਂ ਸਿਰਫ ਆਪਣੇ ਬੁੱਕਮਾਰਕ ਦੇ ਉੱਪਰ ਕਲਿੱਕ ਕਰੀਏ ਤਾਂ ਸਾਡਾ ਉਹ ਜੋ ਰਿਕੁਆਇਰਡ ਪੇਜ ਹੈ ਉਹ ਸਾਡੇ ਸਾਹਮਣੇ ਓਪਨ ਹੋ ਜਾਵੇ, ਉਸ ਨੂੰ ਅਸੀਂ ਬੋਲਦੇ ਹਾਂ ਬੁੱਕਮਾਰਕ। ਬੁੱਕਮਾਰਕ ਇਜ਼ ਅ ਮੈਥਡ ਆਫ ਸੇਵਿੰਗ ਏ ਵੈਬ ਪੇਜ ਐਡਰੈਸ। ਕਿਸੇ ਵੀ ਵੈਬ ਪੇਜ ਦੇ ਐਡਰੈਸ ਨੂੰ
ਜੇ ਅਸੀਂ ਸੇਵ ਕਰਨਾ ਚਾਹੁੰਦੇ ਹਾਂ ਆਪਣੇ ਬਰਾਊਜ਼ਰ ਦੇ ਵਿੱਚ ਤਾਂ ਬੁੱਕਮਾਰਕ ਇੱਕ ਬੜਾ ਵਧੀਆ ਮੈਥਡ ਹੈ ਉਸ ਦੇ ਲਈ। ਇਹ URL safe for future browsing in Mozilla Firefox, Google Chrome, Apple Safari ਔਰ ਇੰਟਰਨੈਟ ਐਕਸਪਲੋਰਰ। ਜਿਹੜਾ URL ਹੁੰਦਾ ਹੈ ਤੁਸੀਂ ਇਸ ਨੂੰ ਆਪਣੇ ਕਿਸੇ ਵੀ ਬਰਾਊਜ਼ਰ ਦੇ ਉੱਪਰ ਸੇਵ ਕਰ ਸਕਦੇ ਹੋ। ਬਰਾਊਜ਼ਰ ਕੋਈ ਵੀ ਹੋ ਸਕਦਾ ਹੈ, ਤੁਹਾਡਾ Chrome ਹੋ ਸਕਦਾ ਹੈ, Mozilla Firefox ਹੋ ਸਕਦਾ ਹੈ, Apple Safari ਹੋ ਸਕਦਾ ਹੈ, ਜਾਂ ਕਿਸੇ ਵੀ ਕਿਸਮ ਦਾ ਬਰਾਊਜ਼ਰ ਹੈ ਉਹ ਤੁਹਾਨੂੰ ਅਲਾਉ ਕਰਦਾ ਹੈ ਕਿ ਤੁਸੀਂ ਉਸ ਵਿੱਚ ਆਪਣੇ ਬੁੱਕਮਾਰਕ ਨੂੰ ਸਟੋਰ ਕਰ ਸਕੋ। ਦੇਰ ਆਰ ਡਿਫਰੈਂਟ ਟਾਈਪਸ ਆਫ ਬਰਾਊਜ਼ਰਸ ਇਨ ਮਾਰਕੀਟ ਅਤੇ ਉਹ ਸਾਰੇ ਹੀ ਤੁਹਾਨੂੰ ਅਲਾਉ ਕਰਦੇ ਨੇ ਕਿ ਤੁਸੀਂ ਉਹਨਾਂ ਦੇ ਵਿੱਚ ਬੁੱਕਮਾਰਕਸ ਨੂੰ ਸੇਵ ਕਰ ਸਕੋ। ਬੁੱਕਮਾਰਕ ਨੂੰ ਸੇਵ ਕਰਨ ਦੇ ਸਟੈਪ ਕੀ ਹੁੰਦੇ ਨੇ? ਤੁਸੀਂ ਕਿਸੇ ਵੀ ਬਰਾਊਜ਼ਰ ਨੂੰ ਓਪਨ ਕਰੋ, ਜਿਹੜੇ ਤੁਸੀਂ ਵੈਬਸਾਈਟ ਨੂੰ ਖੋਲ੍ਹਣਾ ਚਾਹੁੰਦੇ ਹੋ ਉਸ ਨੂੰ ਓਪਨ ਕਰੋ। ਉਸ ਤੋਂ ਬਾਅਦ ਤੁਸੀਂ ਆਪਣੀ ਐਡਰੈਸ ਬਾਰ ਦੇ ਅਗਰ ਰਾਈਟ ਸਾਈਡ 'ਤੇ ਦੇਖੋਗੇ ਤਾਂ ਇੱਕ ਸਟਾਰ ਦਾ ਸਿੰਬਲ ਤੁਹਾਨੂੰ ਦਿਖਾਈ ਦੇਗਾ। ਜਦੋਂ ਤੁਸੀਂ ਸਟਾਰ ਦੇ ਸਿੰਬਲ ਦੇ ਉੱਪਰ ਕਲਿੱਕ ਕਰਦੇ ਹੋ ਇੱਕ ਛੋਟਾ ਜਿਹਾ ਪੋਪਅਪ ਮੈਨਿਊ, ਪੋਪਅਪ ਬਾਕਸ ਤੁਹਾਨੂੰ ਦਿਖਾਈ ਦੇਗਾ। ਉਸ ਵਿੱਚ ਤੁਸੀਂ ਬੁੱਕਮਾਰਕ ਦਾ ਕੋਈ ਵੀ ਨਾਮ ਟਾਈਪ ਕਰੋ, ਜੋ ਵੀ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਨਾਮ ਟਾਈਪ ਕਰਕੇ, ਜਾਂ ਉਸਨੂੰ ਤੁਸੀਂ ਬਲੈਂਕ ਵੀ ਛੱਡ ਸਕਦੇ ਹੋ। ਜਿਹੜੇ ਵੀ ਫੋਲਡਰ ਦੇ ਵਿੱਚ ਤੁਸੀਂ ਉਸਨੂੰ ਪਾਉਣਾ ਚਾਹੁੰਦੇ ਹੋ, ਲਾਈਕ ਤੁਸੀਂ ਕਿਸੇ ਲੋਕੇਸ਼ਨ 'ਤੇ ਉਸਨੂੰ ਰੱਖਣਾ ਚਾਹੁੰਦੇ ਹੋ, ਉਹ ਫੋਲਡਰ ਨੂੰ ਲੋਕੇਟ ਕਰੋ ਅਤੇ ਓਕੇ ਜਾਂ ਡਨ ਦੇ ਉੱਪਰ ਕਲਿੱਕ ਕਰ ਦਿਓ ਤਾਂ ਤੁਹਾਡਾ ਬੁੱਕਮਾਰਕ ਹੈ ਉਹ ਸੇਵ ਹੋ ਜਾਏਗਾ। ਇਨ ਫਿਊਚਰ ਜਦੋਂ ਵੀ ਤੁਸੀਂ ਉਸ ਬਰਾਊਜ਼ਰ ਦੇ ਵਿੱਚ ਉਸੇ ਹੀ ਪੇਜ ਨੂੰ ਓਪਨ ਕਰਨਾ ਚਾਹੁੰਦੇ ਹੋ ਤਾਂ ਆਪਣੇ ਸੇਵ ਕੀਤੇ ਗਏ ਬੁੱਕਮਾਰਕ 'ਤੇ ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਤੁਹਾਡਾ ਜੋ ਡਿਜ਼ਾਇਰਡ ਪੇਜ ਹੈ ਉਹ ਓਪਨ ਹੋ ਜਾਵੇਗਾ। ਜਿਵੇਂ ਤੁਸੀਂ ਆਪਣੇ ਬਰਾਊਜ਼ਰ ਦੇ ਉੱਪਰ ਦੇਖ ਰਹੇ ਹੋ, ਅਸੀਂ ਇੱਕ ਗੂਗਲ ਕ੍ਰੋਮ ਦੇ ਵਿੱਚ ਆਪਣੇ pscb.ac.in ਦਾ ਇੱਕ ਬੁੱਕਮਾਰਕ ਸੇਵ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਧਿਆਨ ਨਾਲ ਦੇਖੋ ਕਿ ਤੁਸੀਂ ਇਸ ਸਟਾਰ ਦੇ ਸਿੰਬਲ ਦੇ ਉੱਪਰ ਜਦੋਂ ਕਲਿੱਕ ਕਰਦੇ ਹੋ ਤਾਂ ਇੱਕ ਪੋਪਅਪ ਬਾਕਸ ਤੁਹਾਨੂੰ ਦਿਖਾਈ ਦੇਵੇਗਾ। ਇਸ ਜਗ੍ਹਾ ਦੇ ਉੱਪਰ ਤੁਸੀਂ ਬੁੱਕਮਾਰਕ ਦਾ ਜੋ ਵੀ ਨਾਮ ਟਾਈਪ ਕਰਨਾ ਚਾਹੁੰਦੇ ਹੋ, ਲਾਈਕ ਅਸੀਂ ਸ਼ਾਰਟ ਨੇਮ pscb ਟਾਈਪ ਕਰ ਦਈਏ ਜਾਂ abc ਸਮਥਿੰਗ, ਕੁਝ ਵੀ ਤੁਸੀਂ ਟਾਈਪ ਕਰ ਸਕਦੇ ਹੋ। ਜਿਸ ਲੋਕੇਸ਼ਨ 'ਤੇ ਤੁਸੀਂ ਉਸਨੂੰ ਸੇਵ ਕਰਨਾ ਚਾਹੁੰਦੇ ਹੋ, ਆਫਟਰ ਸਿਲੈਕਟ ਯੂਅਰ ਲੋਕੇਸ਼ਨ ਤੁਸੀਂ ਡਨ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਤੁਹਾਡਾ ਜੋ ਬੁੱਕਮਾਰਕ ਹੈ ਤੁਹਾਡੇ ਬਰਾਊਜ਼ਰ ਦੇ ਵਿੱਚ ਸੇਵ ਹੋ ਜਾਏਗਾ। ਇਨ ਫਿਊਚਰ ਜਦੋਂ ਵੀ ਤੁਸੀਂ ਉਸਨੂੰ ਓਪਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸਨੂੰ ਓਪਨ ਕਰ ਸਕਦੇ ਹੋ। ਅਗਲਾ ਟੌਪਿਕ ਹੈ ਕਿ ਇੰਟਰਨੈਟ ਅਤੇ ਉਸ ਦੀਆਂ ਕਿਹੜੀਆਂ ਐਪਲੀਕੇਸ਼ਨਸ ਨੇ, ਯਾਨੀ ਕਿ ਐਪਲੀਕੇਸ਼ਨਸ ਤੋਂ ਭਾਵ ਕਿ ਅਸੀਂ ਉਹ ਕਿਹੜੇ ਮੇਨ ਕੰਮ ਕਰਦੇ ਹਾਂ ਜਿਸ ਦੇ ਵਿੱਚ ਇੰਟਰਨੈਟ ਦੀ ਵਰਤੋਂ ਕੀਤੀ ਜਾਂਦੀ ਹੈ। ਫਸਟ ਜੋ ਅੱਜ ਕੱਲ੍ਹ ਅਸੀਂ ਮੇਨ ਕੰਮ ਕਰਦੇ ਹਾਂ, ਲਾਈਕ ਕਮਿਊਨੀਕੇਟ ਕਰਨਾ ਇੱਕ ਜਗ੍ਹਾ 'ਤੇ ਰਹਿੰਦੇ ਲੋਕਾਂ ਦੇ ਨਾਲ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਰਹਿੰਦੇ ਲੋਕਾਂ ਦੇ ਨਾਲ, ਆਪਣੇ ਫਰੈਂਡਸ ਦੇ ਨਾਲ, ਰਿਲੇਟਿਵਸ ਦੇ ਨਾਲ। ਇੰਟਰਨੈਟ ਕਮਿਊਨੀਕੇਸ਼ਨ ਇਜ਼ ਰੈਫਰ ਟੂ ਐਜ਼ ਸ਼ੇਅਰਿੰਗ ਆਫ ਇੰਫੋਰਮੇਸ਼ਨ, ਆਈਡੀਆਜ਼ ਔਰ ਸਿੰਪਲੀ ਵਰਡਸ ਓਵਰ ਦੀ ਇੰਟਰਨੈਟ। ਕਮਿਊਨੀਕੇਸ਼ਨ ਤੋਂ ਕੀ ਭਾਵ ਹੈ ਕਿ ਤੁਸੀਂ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਰਹੇ ਹੋ ਆਪਣੇ ਫਰੈਂਡ ਸਰਕਲ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ, ਜਾਂ ਤੁਸੀਂ ਆਪਣੇ ਆਈਡੀਆਜ਼ ਨੂੰ ਸ਼ੇਅਰ ਕਰ ਰਹੇ ਹੋ। People can stay at home and be connected to his or her family, friends, even colleagues from anywhere, everywhere around the world. ਦੁਨੀਆ ਦੇ ਉੱਪਰ ਤੁਹਾਡੇ ਕਈ ਦੋਸਤ ਹੋਣਗੇ, ਮਿੱਤਰ ਹੋਣਗੇ, ਰਿਲੇਟਿਵਸ ਹੋਣਗੇ ਜਾਂ ਹੋਰ ਕਈ ਕੁਲੀਗਸ ਹੋਣਗੇ। ਤੁਸੀਂ ਜਦੋਂ ਉਹਨਾਂ ਦੇ ਨਾਲ ਲਿੰਕ ਵਿੱਚ ਆਉਂਦੇ ਹੋ ਤਾਂ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ, ਆਪਣੇ ਆਈਡੀਆਜ਼ ਸ਼ੇਅਰ ਕਰਦੇ ਹੋ। ਸਾਰੀ ਚੀਜ਼ ਨੂੰ ਅਸੀਂ ਕਮਿਊਨੀਕੇਸ਼ਨ ਬੋਲਦੇ ਹਾਂ। ਅਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਗਰ ਅਸੀਂ ਇੰਟਰਨੈਟ ਦੀ ਵਰਤੋਂ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਜ਼ਿਆਦਾ ਕਮਿਊਨੀਕੇਸ਼ਨ ਦੇ ਲਈ ਕੀਤੀ ਜਾਂਦੀ ਹੈ। ਜਿਵੇਂ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਹੋ, ਲਾਈਕ ਤੁਸੀਂ ਵਟਸਐਪ ਯੂਜ਼ ਕਰਦੇ ਹੋ, ਟਵਿੱਟਰ ਜਾਂ ਫੇਸਬੁੱਕ ਜਾਂ ਹੋਰ ਵੀ ਕਈ ਸੋਸ਼ਲ ਨੈਟਵਰਕਿੰਗ ਸਾਈਟਸ ਨੇ। ਤੁਸੀਂ ਉਹਨਾਂ 'ਤੇ ਜਾ ਕੇ ਕਈ ਪ੍ਰਕਾਰ ਦੀ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ ਆਪਣੇ ਫਰੈਂਡਸ ਦੇ ਨਾਲ, ਜਾਂ ਉਹਨਾਂ ਦੇ ਦੁਆਰਾ ਸ਼ੇਅਰ ਕੀਤੀ ਗਈ ਜੋ ਵੀ ਇਨਫੋਰਮੇਸ਼ਨ ਹੈ ਤੁਸੀਂ ਉਸਨੂੰ ਵਿਊ ਕਰਦੇ ਹੋ, ਦੇਖਦੇ ਹੋ, ਆਪਣੇ ਆਈਡੀਆਜ਼ ਸ਼ੇਅਰ ਕਰਦੇ ਹੋ। ਤਾਂ ਇਹ ਸਾਰਾ ਹੀ ਕਮਿਊਨੀਕੇਸ਼ਨ ਦੇ ਵਿੱਚ ਆਉਂਦਾ ਹੈ। ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਮੈਸੇਜ ਸੈਂਡ ਕਰਦੇ ਹੋ ਜਾਂ ਤੁਸੀਂ ਕਿਸੇ ਨੂੰ ਈਮੇਲ ਸੈਂਡ ਕਰਦੇ ਹੋ ਔਰ ਤੁਸੀਂ ਈਮੇਲ ਨੂੰ ਰਿਸੀਵ ਕਰਦੇ ਹੋ। ਤੁਸੀਂ ਆਪਣੇ ਬਲੌਗ ਟਾਈਪ ਕਰਦੇ ਹੋ, ਬਲੌਗ ਕ੍ਰੀਏਟ ਕਰਕੇ ਤੁਸੀਂ ਆਪਣੇ ਆਈਡੀਆਜ਼ ਲੋਕਾਂ ਦੇ ਨਾਲ ਸ਼ੇਅਰ ਕਰਦੇ ਹੋ। ਸਭ ਕੁਝ ਹੀ ਕਮਿਊਨੀਕੇਸ਼ਨ ਦਾ ਇੱਕ ਪਾਰਟ ਹੈ, ਯਾਨੀ ਕਿ ਇੰਟਰਨੈਟ ਦੀ ਜੋ ਮੇਨ ਵਰਤੋਂ ਹੈ ਉਹ ਕਮਿਊਨੀਕੇਸ਼ਨ ਲਈ ਕੀਤੀ ਜਾਂਦੀ ਹੈ। ਨੈਕਸਟ ਅਸੀਂ ਇੰਟਰਨੈਟ ਦੀ ਐਪਲੀਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਇੰਟਰਨੈਟ ਦੀ ਮਦਦ ਦੇ ਨਾਲ ਅਸੀਂ ਜੋਬ ਸਰਚ ਕਰ ਸਕਦੇ ਹਾਂ। ਲਾਈਕ ਦਾ ਇੰਟਰਨੈਟ ਇਜ਼ ਐਨ ਐਕਸਲੈਂਟ ਟੂਲ ਟੂ ਲੋਕੇਟ ਅ ਜੋਬ। ਜਿਵੇਂ ਅੱਜ ਕੱਲ੍ਹ ਕਈ ਪ੍ਰਕਾਰ ਦੀਆਂ ਵੈਬਸਾਈਟਸ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੇ ਰੈਜ਼ੂਮੇ ਤਿਆਰ ਕਰ ਸਕਦੇ ਹੋ, ਜੋਬ ਸਰਚ ਕਰ ਸਕਦੇ ਹੋ, ਅਪਲਾਈ ਕਰ ਸਕਦੇ ਹੋ ਡਿਫਰੈਂਟ ਟਾਈਪ ਦੀ ਜੋਬਸ ਦੇ ਲਈ। ਇਫ ਵੀ ਆਰ ਲੁਕਿੰਗ ਫॉर ਅ ਜੋਬ
The internet is a great way to find and apply for advertised jobs and to post your resume where employers can view it। ਜੇ ਤੁਸੀਂ ਕਿਸੇ ਵੀ ਜੌਬ ਨੂੰ ਲੱਭ ਰਹੇ ਹੋ ਅੱਜ ਕੱਲ੍ਹ, ਤਾਂ ਇੰਟਰਨੈਟ ਇੱਕ ਬਹੁਤ ਹੀ ਵਧੀਆ ਟੂਲ ਹੈ ਜਿਸ ਦੀ ਮਦਦ ਦੇ ਨਾਲ ਤੁਸੀਂ ਜੌਬ ਨੂੰ ਸਰਚ ਕਰ ਸਕਦੇ ਹੋ, ਉਸ ਦੇ ਬਾਰੇ ਦੇਖ ਸਕਦੇ ਹੋ ਕਿ ਜੌਬ ਦੇ ਲਈ ਰਿਕੁਆਇਰਮੈਂਟਸ ਕੀ ਨੇ, ਅਤੇ ਆਪਣੇ ਰੈਜ਼ਮੇ ਕ੍ਰੀਏਟ ਕਰਕੇ ਤੁਸੀਂ ਅਪਲਾਈ ਵੀ ਕਰ ਸਕਦੇ ਹੋ, ਅਤੇ ਤੁਹਾਡੇ ਜਿਹੜੇ ਇੰਪਲੋਇਰਸ ਹੋਣਗੇ ਉਹਨਾਂ ਨੂੰ ਦੇਖ ਕੇ ਤੁਹਾਨੂੰ ਹਾਇਰ ਕਰ ਸਕਦੇ ਨੇ। ਬੇਸਿਕਲੀ ਇੰਟਰਨੈਟ ਦੀ ਮਦਦ ਦੇ ਨਾਲ ਇਹ ਨਹੀਂ ਕਿ ਤੁਸੀਂ ਸਿਰਫ ਆਪਣੇ ਏਰੀਆ ਦੇ ਵਿੱਚ ਹੀ ਜੌਬ ਸਰਚ ਕਰ ਸਕਦੇ ਹੋ, ਤੁਸੀਂ ਆਲ ਅਰਾਊਂਡ ਦੀ ਵਰਲਡ ਵੀ ਜੌਬ ਸਰਚ ਕਰਕੇ ਉੱਥੇ ਅਪਲਾਈ ਕਰ ਸਕਦੇ ਹੋ। ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਹਾਡੀ ਸਿਲੈਕਸ਼ਨ ਵੀ ਹੋ ਸਕਦੀ ਹੈ। ਕਈ ਪ੍ਰਕਾਰ ਦੀਆਂ ਵੈਬਸਾਈਟਸ ਨੇ ਜਿਹੜੀਆਂ ਜੌਬ ਸਰਚ ਕਰਨ ਦੇ ਵਿੱਚ ਸਾਡੀ ਹੈਲਪ ਕਰਦੀਆਂ ਨੇ, ਲਾਈਕ monsterindia.com, naukri.com, naukri-hub.com, ਹੋਰ ਵੀ ਡਿਫਰੈਂਟ ਟਾਈਪ ਦੀਆਂ ਵੈਬਸਾਈਟਸ ਨੇ। ਸਭ ਤੋਂ ਸਿੰਪਲ ਮੈਥਡ ਕੀ ਹੈ ਕਿ ਅਗਰ ਤੁਸੀਂ ਜੌਬ ਸਰਚ ਕਰਨਾ ਚਾਹੁੰਦੇ ਹੋ, ਤੁਹਾਡੀ ਜੋ ਵੀ ਲਾਈਨ ਹੈ, ਜੋ ਵੀ ਫੀਲਡ ਹੈ, ਤੁਸੀਂ ਉਸਦੇ ਰਿਗਾਰਡਿੰਗ ਅਗਰ ਜੌਬ ਸਰਚ ਕਰਨਾ ਚਾਹੁੰਦੇ ਹੋ ਤਾਂ ਗੂਗਲ ਸਰਚ ਇੰਜਨ ਇੱਕ ਬੜਾ ਵਧੀਆ ਮੈਥਡ ਹੈ, ਇੱਕ ਬੜਾ ਵਧੀਆ ਵੇ ਹੈ ਜਿਸ ਨਾਲ ਤੁਸੀਂ ਸਿੰਪਲ ਇੱਕ ਦੋ ਕੀਵਰਡ ਟਾਈਪ ਕਰਕੇ ਹੀ ਜੌਬ ਨੂੰ ਸਰਚ ਕਰ ਸਕਦੇ ਹੋ। ਅਗਲੇ ਟੌਪਿਕ ਦੀ ਅਸੀਂ ਗੱਲ ਕਰਦੇ ਹਾਂ ਜੋ ਵੀ ਅੱਜ ਕੱਲ੍ਹ ਕਾਫੀ ਫੇਮਸ ਹੈ, ਜਿਸ ਨੂੰ ਅਸੀਂ ਬੋਲਦੇ ਹਾਂ ਔਨਲਾਈਨ ਸ਼ੋਪਿੰਗ। ਬੇਸਿਕਲੀ ਔਨਲਾਈਨ ਸ਼ੋਪਿੰਗ ਕੀ ਹੈ ਕਿ ਤੁਸੀਂ ਘਰ ਬੈਠੇ ਬਿਠਾਏ ਵਿਦ ਦਾ ਹੈਲਪ ਆਫ ਇੰਟਰਨੈਟ ਜਦੋਂ ਤੁਸੀਂ ਸ਼ੋਪਿੰਗ ਕਰਦੇ ਹੋ, ਤੁਸੀਂ ਪ੍ਰੋਡਕਟਸ ਨੂੰ ਖਰੀਦਦੇ ਹੋ, ਤਾਂ ਉਸਨੂੰ ਅਸੀਂ ਔਨਲਾਈਨ ਸ਼ੋਪਿੰਗ ਬੋਲਦੇ ਹਾਂ ਜਾਂ ਈ ਸ਼ੋਪਿੰਗ ਬੋਲਦੇ ਹਾਂ। ਔਨਲਾਈਨ ਸ਼ੋਪਿੰਗ ਇਜ਼ ਦੀ ਐਕਸ਼ਨ ਔਰ ਐਕਟੀਵਿਟੀ ਆਫ ਬਾਇੰਗ ਗੁਡਸ ਔਰ ਸਰਵਿਸਿਜ਼ ਓਵਰ ਦੀ ਇੰਟਰਨੈਟ। ਬੇਸਿਕਲੀ ਔਨਲਾਈਨ ਸ਼ੋਪਿੰਗ ਕੀ ਹੈ? ਔਨਲਾਈਨ ਸ਼ੋਪਿੰਗ ਇੱਕ ਐਕਟੀਵਿਟੀ ਹੈ ਜਿਸ ਦੇ ਵਿੱਚ ਤੁਸੀਂ ਵੱਖ-ਵੱਖ ਪ੍ਰੋਡਕਟਸ ਨੂੰ ਖਰੀਦਦੇ ਹੋ ਜਾਂ ਸਰਵਿਸਿਜ਼ ਨੂੰ ਖਰੀਦਦੇ ਹੋ ਇੰਟਰਨੈਟ ਦੀ ਮਦਦ ਦੇ ਨਾਲ। In simple words, it is a form of electronic commerce which allows consumers to directly buy goods or services from a seller over the internet using a web browser। ਕਹਿੰਦਾ ਬੇਸਿਕਲੀ ਅਗਰ ਅਸੀਂ ਔਨਲਾਈਨ ਸ਼ੋਪਿੰਗ ਦੀ ਗੱਲ ਕਰਦੇ ਹਾਂ ਤਾਂ ਔਨਲਾਈਨ ਸ਼ੋਪਿੰਗ ਹੈ ਕੀ? ਔਨਲਾਈਨ ਸ਼ੋਪਿੰਗ ਦੇ ਵਿੱਚ ਅਸੀਂ ਆਪਣੇ ਲੈਪਟਾਪ, ਕੰਪਿਊਟਰ ਜਾਂ ਮੋਬਾਈਲ ਦੀ ਮਦਦ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਵੈਬਸਾਈਟਸ ਨੂੰ ਖੋਲ੍ਹ ਕੇ ਉੱਥੋਂ ਅਸੀਂ ਪ੍ਰੋਡਕਟ ਨੂੰ ਖਰੀਦਦੇ ਹਾਂ, ਸੈਲਰਸ ਦੇ ਨਾਲ ਲਿੰਕ ਕ੍ਰੀਏਟ ਕਰਦੇ ਹਾਂ, ਇਸਨੂੰ ਅਸੀਂ ਔਨਲਾਈਨ ਸ਼ੋਪਿੰਗ ਬੋਲਦੇ ਹਾਂ। ਵੀ ਕੈਨ ਡੂ ਔਨਲਾਈਨ ਸ਼ੋਪਿੰਗ ਫਰੋਮ ਐਨੀ ਔਨਲਾਈਨ ਸਟੋਰ ਲਾਈਕ ਵੈਬਸਾਈਟ ਜਾਂ ਸ਼ੋਪਿੰਗ ਮਾਲਸ, ਕੁਛ ਵੀ ਹੋ ਸਕਦਾ। ਜੇ ਉਸਦੀ ਵੈਬਸਾਈਟ ਅਵੇਲੇਬਲ ਹੈ ਤਾਂ ਤੁਸੀਂ ਉੱਥੋਂ ਕਿਸੇ ਵੀ ਪ੍ਰੋਡਕਟਸ ਨੂੰ ਖਰੀਦ ਸਕਦੇ ਹੋ। ਐਨ ਔਨਲਾਈਨ ਸਟੋਰ ਇਜ਼ ਅ ਵੈਬਸਾਈਟ ਥਰੂ ਵਿਚ ਕਸਟਮਰਸ ਪਲੇਸ ਆਰਡਰਸ। ਬੇਸਿਕਲੀ ਜਿਹੜੇ ਔਨਲਾਈਨ ਸਟੋਰ ਨੇ ਉਹਨਾਂ ਨੇ ਆਪਣੀਆਂ ਕੁਛ ਵੈਬਸਾਈਟਸ ਕ੍ਰੀਏਟ ਕੀਤੀਆਂ ਹੁੰਦੀਆਂ ਨੇ, ਕੁਛ ਐਪਲੀਕੇਸ਼ਨਸ ਕ੍ਰੀਏਟ ਕੀਤੀਆਂ ਹੁੰਦੀਆਂ ਨੇ। ਤੁਸੀਂ ਉਹਨਾਂ ਐਪਲੀਕੇਸ਼ਨ ਜਾਂ ਵੈਬਸਾਈਟਸ ਨੂੰ ਖੋਲ੍ਹ ਕੇ ਆਪਣੇ ਆਰਡਰ ਨੂੰ ਪਲੇਸ ਕਰ ਸਕਦੇ ਹੋ। ਕਈ ਤਰ੍ਹਾਂ ਦੀਆਂ ਵੈਬਸਾਈਟਸ ਨੇ ਲਾਈਕ amazon.com, flipkart.com, myntra.com, paytm.com, ਹੋਰ ਵੀ ਅਣਗਿਣਤ ਵੈਬਸਾਈਟਸ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਸ ਦੀ ਸ਼ੋਪਿੰਗ ਕਰ ਸਕਦੇ ਹੋ। ਅੱਜ ਕੱਲ੍ਹ ਦੇ ਸਮੇਂ ਦੀ ਅਗਰ ਗੱਲ ਅਸੀਂ ਕਰਦੇ ਹਾਂ ਤਾਂ ਸਿਰਫ ਅਸੀਂ ਸਿੰਪਲ ਪ੍ਰੋਡਕਟਸ ਨਹੀਂ, ਅਸੀਂ ਫੂਡ ਵੀ ਪਰਚੇਜ਼ ਕਰ ਸਕਦੇ ਹਾਂ ਔਨਲਾਈਨ ਘਰ ਬੈਠ ਕੇ, ਜਿਵੇਂ ਜ਼ੋਮਾਟੋ ਜਾਂ ਸਵੀਗੀ ਅੱਜ ਕੱਲ੍ਹ ਬੜੇ ਫੇਮਸ ਐਪਲੀਕੇਸ਼ਨਸ ਨੇ ਇੰਟਰਨੈਟ ਦੇ ਉੱਪਰ, ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਫੂਡ ਦਾ ਆਰਡਰ ਦੇ ਸਕਦੇ ਹੋ ਅਤੇ ਉਹਨਾਂ ਨੂੰ ਆਪਣੇ ਘਰ ਬੈਠੇ ਬਿਠਾਏ ਖਰੀਦ ਸਕਦੇ ਹੋ। ਔਨਲਾਈਨ ਸ਼ੋਪਿੰਗ ਕਰਨ ਦੇ ਕਈ ਮੈਥਡਸ ਨੇ, ਜਿਵੇਂ ਤੁਸੀਂ ਸ਼ੋਪਿੰਗ ਕਰਦੇ ਹੋ, ਪਹਿਲਾਂ ਤੁਸੀਂ ਪ੍ਰੋਡਕਟ ਨੂੰ ਸਰਚ ਕਰਦੇ ਹੋ, ਉਸਨੂੰ ਆਪਣੀ ਕਾਰਟ 'ਚ ਐਂਟਰ ਕਰਦੇ ਹੋ ਅਤੇ ਬਾਅਦ ਦੇ ਵਿੱਚ ਤੁਸੀਂ ਉਹਦਾ ਆਰਡਰ ਪਲੇਸ ਕਰਦੇ ਹੋ। ਆਰਡਰ ਪਲੇਸ ਕਰਨ ਤੋਂ ਬਾਅਦ ਤੁਹਾਨੂੰ ਪੇਮੈਂਟ ਦੀ ਆਪਸ਼ਨ ਆਉਂਦੀ ਹੈ ਕਿ ਤੁਸੀਂ ਪੇਮੈਂਟ ਕਿਸ ਤਰ੍ਹਾਂ ਕਰਨੀ ਚਾਹੁੰਦੇ ਹੋ। ਜਿਵੇਂ ਤੁਸੀਂ ਆਪਣੇ ATM ਕਾਰਡ ਦੀ ਵਰਤੋਂ ਕਰਨੀ ਚਾਹੁੰਦੇ ਹੋ, ਅਗਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈਗਾ ਤਾਂ ਤੁਸੀਂ ਉਸਨੂੰ ਵੀ ਯੂਜ਼ ਕਰ ਸਕਦੇ ਹੋ। ਸਭ ਤੋਂ ਈਜ਼ੀ ਮੈਥਡ ਇੱਕ ਹੋਰ ਹੁੰਦਾ ਹੈ ਕਿ ਅਗਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਨਹੀਂ ਹੈਗਾ ਤਾਂ ਤੁਸੀਂ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਵੀ ਚੂਜ਼ ਕਰ ਸਕਦੇ ਹੋ। ਤੁਸੀਂ EMI ਵੀ ਕ੍ਰੀਏਟ ਕਰ ਸਕਦੇ ਹੋ, ਜਿਸ ਲਈ ਤੁਹਾਨੂੰ ਥੋੜ੍ਹਾ ਬਹੁਤ ਇੰਟਰਸਟ ਵੀ ਪੇ ਕਰਨਾ ਪੈਂਦਾ ਹੈ। ਯਾਨੀ ਕਿ ਔਨਲਾਈਨ ਸ਼ੋਪਿੰਗ ਦੀ ਮਦਦ ਦੇ ਨਾਲ ਅਸੀਂ ਘਰ ਬੈਠੇ ਬਿਠਾਏ ਆਪਣੀ ਲੋੜ ਦਾ ਸਮਾਨ ਜੋ ਹੈ ਉਸ ਨੂੰ ਖਰੀਦ ਸਕਦੇ ਹਾਂ। ਅਗਲਾ ਟੌਪਿਕ ਹੈ ਟਰੈਵਲ। ਟਰੈਵਲ ਦੇ ਵਿੱਚ ਕੀ ਹੈ ਕਿ ਤੁਸੀਂ ਇੰਟਰਨੈਟ ਦੀ ਮਦਦ ਦੇ ਨਾਲ ਵੱਖ-ਵੱਖ ਜੋ ਡੈਸਟੀਨੇਸ਼ਨਸ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਗੈਟ ਕਰ ਸਕਦੇ ਹੋ ਕਿ ਉੱਥੇ ਕੀ ਕੁਛ ਦੇਖਣ ਨੂੰ ਹੈਗਾ। ਤੁਸੀਂ ਉਹਨਾਂ ਦੀ ਟਿਕਟ ਬੁੱਕ ਕਰਵਾ ਸਕਦੇ ਹੋ, ਤੁਸੀਂ ਹੋਟਲ ਬੁੱਕ ਕਰਵਾ ਸਕਦੇ ਹੋ, ਤੁਸੀਂ ਹਰ ਚੀਜ਼ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਜੋ ਤੁਹਾਨੂੰ ਜ਼ਰੂਰੀ ਹੈ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਜਾਣ ਦੇ ਲਈ। Now people can travel to different destinations in the world at the comfort of their home। ਅਸੀਂ ਆਪਣੇ ਘਰ ਬੈਠੇ ਬਿਠਾਏ ਹੀ ਵੱਖ-ਵੱਖ ਜਗ੍ਹਾ 'ਤੇ
ਜਾਣ ਲਈ ਟਿਕਟ ਬੁੱਕ ਕਰਾ ਸਕਦੇ ਹਾਂ। ਅਸੀਂ ਚੂਜ਼ ਕਰ ਸਕਦੇ ਹਾਂ ਕਿ ਕਿਹੜੀ ਜਗ੍ਹਾ ਵੇਖਣੀ ਚਾਹੀਦੀ ਹੈ, ਕਿਹੜੀ ਜਗ੍ਹਾ ਨਹੀਂ, ਕਿਹੜੀ ਜਗ੍ਹਾ 'ਤੇ ਫੇਮਸ ਚੀਜ਼ਾਂ ਕੀ ਨੇ ਜੋ ਦੇਖਣ ਦੇ ਯੋਗ ਨੇ, ਕਿਹੜੀਆਂ ਜਗ੍ਹਾ ਦੇ ਉੱਤੇ ਖਾਣ ਪੀਣ ਵਾਲੀਆਂ ਫੇਮਸ ਆਈਟਮਸ ਕੀ ਨੇ। ਯਾਨੀ ਕਿ ਹਰ ਚੀਜ਼ ਬਾਰੇ ਇਨਫੋਰਮੇਸ਼ਨ ਤੁਹਾਡੇ ਲਈ ਈਜ਼ੀ ਹੋ ਜਾਂਦੀ ਹੈ ਅਗਰ ਤੁਸੀਂ ਇੰਟਰਨੈਟ ਨੂੰ ਯੂਜ਼ ਕਰਕੇ ਇਨਫੋਰਮੇਸ਼ਨ ਗੈਟ ਕਰ ਰਹੇ ਹੋ। ਸੋ ਟਰੈਵਲ ਦੇ ਲਈ ਵੀ ਕਈ ਪ੍ਰਕਾਰ ਦੀਆਂ ਵੈਬਸਾਈਟਸ ਨੇ ਜਿਹੜੀਆਂ ਤੁਹਾਨੂੰ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨਸ ਅਵੇਲੇਬਲ ਕਰਵਾਉਂਦੀਆਂ ਨੇ। ਤੁਸੀਂ ਪਲੇਨ ਦੀ ਟਿਕਟ ਬੁੱਕ ਕਰਾਉਣੀ ਹੈ, ਤੁਸੀਂ ਉਸ ਕੰਪਨੀ ਦੀ ਵੈਬਸਾਈਟ ਖੋਲੋ ਲਾਈਕ ਸਪਾਈਸਜੈਟ। ਅਗਰ ਤੁਸੀਂ ਟ੍ਰੇਨ ਦੀ ਟਿਕਟ ਬੁੱਕ ਕਰਾਉਣੀ ਹੈ ਤਾਂ ਤੁਸੀਂ ਇੰਡੀਅਨ ਰੇਲਵੇ ਦੀ ਵੈਬਸਾਈਟ ਖੋਲ੍ਹ ਕੇ ਟ੍ਰੇਨ ਦੀ ਟਿਕਟ ਬੁੱਕ ਕਰਾ ਸਕਦੇ ਹੋ। ਤੁਸੀਂ ਬੱਸ ਦੀ ਟਿਕਟ ਬੁੱਕ ਕਰਾਉਣੀ ਹੈ ਤਾਂ ਤੁਸੀਂ ਉਹ ਵੀ ਇੰਟਰਨੈਟ ਦੀ ਮਦਦ ਦੇ ਨਾਲ ਟਿਕਟ ਬੁੱਕ ਕਰਵਾ ਸਕਦੇ ਹੋ। ਉੱਥੇ ਰਹਿਣ ਦੇ ਲਈ ਅਗਰ ਤੁਹਾਨੂੰ ਹੋਟਲ ਦੀ ਜ਼ਰੂਰਤ ਹੈ ਤਾਂ ਤੁਸੀਂ ਹੋਟਲ ਦਾ ਰੂਮ ਵੀ ਬੁੱਕ ਕਰਵਾ ਸਕਦੇ ਹੋ। ਯਾਨੀ ਕਿ ਹਰ ਚੀਜ਼ ਦੇ ਬਾਰੇ ਤੁਸੀਂ ਇੰਟਰਨੈਟ ਦੇ ਉੱਤੇ ਕੰਮ ਕਰ ਸਕਦੇ ਹੋ ਅਤੇ ਉਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਅੱਗੇ ਅਸੀਂ ਟੌਪਿਕ ਦੀ ਗੱਲ ਕਰਦੇ ਹਾਂ ਸੋਸ਼ਲ ਨੈਟਵਰਕਿੰਗ। ਜਿਵੇਂ ਤੁਸੀਂ ਸਾਰੇ ਹੀ ਸੋਸ਼ਲ ਨੈਟਵਰਕਿੰਗ ਦੇ ਬਾਰੇ ਜਾਣਦੇ ਹੋ ਕਿ ਸੋਸ਼ਲ ਨੈਟਵਰਕਿੰਗ ਕੀ ਹੈ, ਜਿਸ ਦੀ ਮਦਦ ਦੇ ਨਾਲ ਤੁਸੀਂ ਇੱਕ ਜਗ੍ਹਾ 'ਤੇ ਬੈਠ ਕੇ ਹੀ ਦੁਨੀਆ ਵਿੱਚ ਰਹਿੰਦੇ ਆਪਣੇ ਫਰੈਂਡਸ ਦੇ ਨਾਲ, ਕੁਲੀਗਸ ਦੇ ਨਾਲ ਜਾਂ ਰਿਲੇਟਿਵਸ ਦੇ ਨਾਲ ਕਨੈਕਟਡ ਰਹਿ ਸਕਦੇ ਹੋ। Social networking is the use of internet-based social media sites to stay connected with friends, family, colleagues, customers, clients. ਬੇਸਿਕਲੀ ਸੋਸ਼ਲ ਨੈਟਵਰਕਿੰਗ ਦੇ ਵਿੱਚ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਸੋਸ਼ਲ ਜਿਹੜੀਆਂ ਵੈਬਸਾਈਟਸ ਨੇ ਉਹਨਾਂ ਨੂੰ ਯੂਜ਼ ਕਰਕੇ ਆਪਣੇ ਰਿਲੇਟਿਵਸ ਦੇ ਨਾਲ, ਆਪਣੇ ਫਰੈਂਡਸ ਦੇ ਨਾਲ, ਕਸਟਮਰਸ ਦੇ ਨਾਲ, ਕਲਾਇੰਟਸ ਦੇ ਨਾਲ ਜਾਂ ਕੁਲੀਗਸ ਦੇ ਨਾਲ ਕਨੈਕਟ ਰਹਿ ਸਕਦੇ ਹੋ। ਸੋ ਦੇयर ਆਰ ਡਿਫਰੈਂਟ ਟਾਈਪਸ ਆਫ ਸੋਸ਼ਲ ਨੈਟਵਰਕਿੰਗ ਸਾਈਟਸ ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਇੱਕ ਦੂਜੇ ਨਾਲ ਕਨੈਕਟ ਰਹਿ ਸਕਦੇ ਹੋ। ਲਾਈਕ ਫੇਸਬੁੱਕ ਹੋ ਗਿਆ, ਟਵਿੱਟਰਸ ਹੋ ਗਿਆ, ਇੰਸਟਾਗ੍ਰਾਮ ਹੋ ਗਿਆ ਅਤੇ ਹੋਰ ਵੀ ਕਈ ਵੈਬਸਾਈਟਸ ਅਵੇਲੇਬਲ ਨੇ ਇੰਟਰਨੈਟ ਦੇ ਉੱਤੇ। ਸੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇੰਟਰਨੈਟ ਦੀ ਵਰਤੋਂ ਸੋਸ਼ਲ ਨੈਟਵਰਕਿੰਗ ਲਈ ਵੀ ਕਾफ़ੀ ਕੀਤੀ ਜਾਂਦੀ ਹੈ। ਅਗਲਾ ਜੋ ਟੌਪਿਕ ਹੈ ਉਸ ਦਾ ਨਾਮ ਹੈ ਇੰਟਰਨੈਟ ਸਰਚ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਕਿਸੇ ਵੀ ਟੌਪਿਕ ਦੇ ਬਾਰੇ ਸਰਚ ਕਰ ਸਕਦੇ ਹਾਂ। ਅਗਰ ਤੁਸੀਂ ਕਿਸੇ ਜਗ੍ਹਾ ਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ, ਤੁਸੀਂ ਵੈਦਰ ਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ, ਕਿਸੇ ਬੁੱਕ ਦੇ ਬਾਰੇ ਜਾਂ ਕਿਸੇ ਪ੍ਰੋਡਕਟ ਦੇ ਬਾਰੇ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਇੰਟਰਨੈਟ ਨੂੰ ਯੂਜ਼ ਕਰਕੇ ਉਸ ਚੀਜ਼ ਦੇ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ। ਕਈ ਪ੍ਰਕਾਰ ਦੇ ਸਰਚ ਇੰਜਨ ਨੇ ਜੋ ਇੰਟਰਨੈਟ ਦੇ ਉੱਤੇ ਇਨਫੋਰਮੇਸ਼ਨ ਨੂੰ ਸਰਚ ਕਰਨ ਲਈ ਤੁਹਾਡੀ ਹੈਲਪ ਕਰਦੇ ਨੇ, ਜਿਵੇਂ google.com, bing.com, wikipedia.com ਜਾਂ encyclopedia.com। ਇੰਟਰਨੈਟ ਦੇ ਉੱਤੇ ਕਾफ़ੀ ਲਾਰਜ ਅਮਾਊਂਟ ਦੇ ਵਿੱਚ ਇਨਫੋਰਮੇਸ਼ਨ ਸਟੋਰ ਹੈ। ਕੋਈ ਵੀ ਟੌਪਿਕ ਜੋ ਤੁਹਾਡੇ ਬ੍ਰੇਨ ਦੇ ਵਿੱਚ ਆਉਂਦਾ ਹੈ, ਅਗਰ ਤੁਸੀਂ ਇੰਟਰਨੈਟ ਦੀ ਮਦਦ ਦੇ ਨਾਲ ਉਸ ਨੂੰ ਸਰਚ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡਾ ਬਰਾਊਜ਼ਰ ਉਸ ਨਾਲ ਰਿਲੇਟਡ ਕੋਈ ਨਾ ਕੋਈ ਇਨਫੋਰਮੇਸ਼ਨ ਤੁਹਾਨੂੰ ਜ਼ਰੂਰ ਦਿਖਾਏਗਾ ਅਤੇ ਤੁਸੀਂ ਉਸ ਇਨਫੋਰਮੇਸ਼ਨ ਨੂੰ ਯੂਜ਼ ਕਰਕੇ ਆਪਣੇ ਕੰਮ ਨੂੰ ਪੂਰਾ ਕਰ ਸਕਦੇ ਹੋ। ਅਗਲਾ ਟੌਪਿਕ ਹੈ ਇੰਟਰਨੈਟ ਐਂਡ ਵਰਲਡ ਵਾਈਡ ਵੈਬ। ਦੋਵਾਂ 'ਚ ਡਿਫਰੈਂਸ ਕੀ ਹੈ? ਬੇਸਿਕਲੀ ਇੰਟਰਨੈਟ ਅਤੇ ਵਰਲਡ ਵਾਈਡ ਵੈਬ ਦੋਨੋਂ ਹੀ ਮਿਲ ਕੇ ਕੰਮ ਕਰਦੇ ਨੇ। The internet is a global network of network, while the web, also referred formally as the World Wide Web, is a collection of information which accessed via internet. ਇੰਟਰਨੈਟ ਕੀ ਹੁੰਦਾ? ਇੰਟਰਨੈਟ ਵੱਖ-ਵੱਖ ਨੈਟਵਰਕਸ ਦਾ ਇੱਕ ਸਮੂਹ ਹੈ ਅਤੇ ਵਰਲਡ ਵਾਈਡ ਵੈਬ ਕੀ ਹੈ? ਕਲੈਕਸ਼ਨ ਆਫ ਇਨਫੋਰਮੇਸ਼ਨ ਹੈ ਜੋ ਤੁਸੀਂ ਇੰਟਰਨੈਟ ਦੀ ਮਦਦ ਦੇ ਨਾਲ ਦੇਖਦੇ ਹੋ, ਉਸਨੂੰ ਵਿਊ ਕਰਦੇ ਹੋ। Another way to look at this difference is the internet is infrastructure while the web is a service on the top of that infrastructure। ਇੰਟਰਨੈਟ ਕੀ ਆ? ਇੰਟਰਨੈਟ ਇੱਕ ਇਨਫਰਾਸਟ੍ਰਕਚਰ ਹੈਗਾ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਹਾਰਡਵੇਅਰ ਅਤੇ ਸੌਫਟਵੇਅਰ ਕੰਮ ਕਰਦੇ ਨੇ ਅਤੇ ਵਰਲਡ ਵਾਈਡ ਵੈਬ ਕੀ ਆ? ਸਰਵਿਸ ਹੈ ਜਿਹੜੀ ਉਸ ਇਨਫਰਾਸਟ੍ਰਕਚਰ ਨੂੰ ਯੂਜ਼ ਕਰਕੇ ਤੁਹਾਨੂੰ ਮਿਲਦੀ ਹੈ। So the World Wide Web or simply web is a way of accessing information over the medium of internet. It is an information sharing model that is built on top of the internet। ਜਿਹੜੀ ਸਾਡੀ ਵਰਲਡ ਵਾਈਡ ਵੈਬ ਹੈਗੀ ਆ, ਇਹ ਇੱਕ ਇਨਫੋਰਮੇਸ਼ਨ ਹੈ ਜੋ ਕਿਸੇ ਨਾ ਕਿਸੇ ਵੈਬਸਾਈਟ ਦੇ ਰੂਪ ਵਿੱਚ ਸਟੋਰ ਹੈ ਅਤੇ ਅਸੀਂ ਇੰਟਰਨੈਟ ਦੀ ਮਦਦ ਦੇ ਨਾਲ ਉਸ ਇਨਫੋਰਮੇਸ਼ਨ ਨੂੰ ਗੈਟ ਕਰ ਰਹੇ ਹਾਂ। ਸੋ ਇਨਫੋਰਮੇਸ਼ਨ ਨੂੰ ਗੈਟ ਕਰਨ ਲਈ ਸਾਡੇ ਕੋਲ ਕਈ ਪ੍ਰਕਾਰ ਦੇ ਬਰਾਊਜ਼ਰਸ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਇਸ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਹਾਂ, ਗੈਟ ਕਰਦੇ ਹਾਂ, ਐਕਸੈਸ ਕਰਦੇ ਹਾਂ। ਜਿਵੇਂ ਗੂਗਲ ਕ੍ਰੋਮ ਜਾਂ ਮੋਜ਼ੀਲਾ ਫਾਇਰਫੌਕਸ, ਇਹਨਾਂ ਨੂੰ ਯੂਜ਼ ਕਰਕੇ ਤੁਸੀਂ ਇਸ ਇਨਫੋਰਮੇਸ਼ਨ ਨੂੰ ਸਰਚ ਕਰ ਸਕਦੇ ਹੋ। ਇਨਫੋਰਮੇਸ਼ਨ ਤੁਸੀਂ ਤਾਂ ਹੀ ਸਰਚ ਕਰ ਸਕੋਗੇ ਅਗਰ ਤੁਹਾਡੇ ਕੋਲ ਇੰਟਰਨੈਟ ਦਾ ਇੱਕ ਰਨਿੰਗ ਕਨੈਕਸ਼ਨ ਹੈਗਾ, ਅਦਰਵਾਈਜ਼ ਤੁਸੀਂ ਇਨਫੋਰਮੇਸ਼ਨ ਨੂੰ ਐਕਸੈਸ ਨਹੀਂ ਕਰ ਸਕਦੇ।
ਇਨਫੋਰਮੇਸ਼ਨ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ, ਲਾਈਕ ਉਹ ਕੋਈ ਵੀਡੀਓ ਵੀ ਹੋ ਸਕਦੀ ਹੈ, ਕੋਈ ਸਿੰਪਲ ਟੈਕਸਟ ਹੋ ਸਕਦਾ ਹੈ, ਕੋਈ ਐਨੀਮੇਸ਼ਨ ਹੋ ਸਕਦੀ ਹੈ, ਕੋਈ ਸਾਊਂਡ ਫਾਈਲ ਹੋ ਸਕਦੀ ਹੈ, ਕਿਸੇ ਵੀ ਫਾਰਮੈਟ ਦੇ ਵਿੱਚ ਹੋ ਸਕਦੀ ਹੈ। ਪਰ ਇਨਫੋਰਮੇਸ਼ਨ ਨੂੰ ਗੈਟ ਕਰਨ ਲਈ ਤੁਹਾਡੇ ਕੋਲ ਇੰਟਰਨੈਟ ਦਾ ਹੋਣਾ ਜ਼ਰੂਰੀ ਹੈ। ਅੱਗੇ ਹੈ ਕਿ ਇੰਟਰਨੈਟ ਸਿਕਿਉਰਿਟੀ। ਇੰਟਰਨੈਟ ਸਿਕਿਉਰਿਟੀ ਤੋਂ ਭਾਵ ਕਿ ਜਦੋਂ ਅਸੀਂ ਇੰਟਰਨੈਟ ਦੇ ਉੱਪਰ ਕੰਮ ਕਰ ਰਹੇ ਹੁੰਦੇ ਹਾਂ ਤਾਂ ਕਈ ਪ੍ਰਕਾਰ ਦੇ ਹੈਕਰ ਜਾਂ ਕਈ ਪ੍ਰਕਾਰ ਦੀਆਂ ਫਿਸ਼ਿੰਗ ਵੈਬਸਾਈਟਸ ਹੁੰਦੀਆਂ ਨੇ ਜੋ ਤੁਹਾਡੀ ਇਨਫੋਰਮੇਸ਼ਨ ਨੂੰ ਗੈਟ ਕਰ ਸਕਦੀਆਂ ਨੇ ਅਤੇ ਜਿਨ੍ਹਾਂ ਦਾ ਹਰਜਾਨਾ ਤੁਹਾਨੂੰ ਭੁਗਤਣਾ ਪੈਂਦਾ ਹੈ। ਇਸ ਲਈ ਇੰਟਰਨੈਟ 'ਤੇ ਕੰਮ ਕਰਨ ਲਈ ਸਾਨੂੰ ਸਾਡੀ ਸਿਕਿਉਰਿਟੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਕਈ ਪ੍ਰਕਾਰ ਦੇ ਮੈਥਡਸ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਇੰਟਰਨੈਟ ਦੇ ਉੱਪਰ ਸਿਕਿਉਰ ਰਹਿ ਸਕਦੇ ਹਾਂ, ਜਿਵੇਂ ਐਨਸ਼ੋਰ ਡੈਟ ਯੂ ਆਰ ਆਲਵੇਜ਼ ਰਨਿੰਗ ਅ ਫੁੱਲੀ ਅਪਡੇਟਡ ਐਂਟੀਵਾਇਰਸ ਪ੍ਰੋਗਰਾਮ। ਅਗਰ ਤੁਸੀਂ ਕਿਸੇ ਮੋਬਾਈਲ ਜਾਂ ਕੰਪਿਊਟਰ ਦੇ ਉੱਪਰ ਇੰਟਰਨੈਟ ਨੂੰ ਲਗਾਤਾਰ ਯੂਜ਼ ਕਰਦੇ ਹੋ ਜਾਂ ਵੱਖ-ਵੱਖ ਵੈਬਸਾਈਟਸ ਨੂੰ ਯੂਜ਼ ਕਰਦੇ ਹੋ ਤਾਂ ਤੁਹਾਡੇ ਮੋਬਾਈਲ ਜਾਂ ਕੰਪਿਊਟਰ ਦੇ ਵਿੱਚ ਜੋ ਐਂਟੀਵਾਇਰਸ ਹੈ ਉਹ ਕੰਪਲੀਟਲੀ ਜਾਂ ਫੁੱਲੀ ਅਪਡੇਟਡ ਹੋਣਾ ਚਾਹੀਦਾ ਹੈ। ਮੇਕ ਸ਼ੋਰ ਡੈਟ ਯੂ ਹੈਵ ਅ ਫਾਇਰਵਾਲ ਐਂਡ ਡੈਟ ਇਜ਼ ਫੁੱਲੀ ਆਪਰੇਸ਼ਨਲ। ਤੁਹਾਡੇ ਸਿਸਟਮ ਦੇ ਵਿੱਚ, ਕੰਪਿਊਟਰ ਸਿਸਟਮ ਦੇ ਵਿੱਚ ਜੋ ਫਾਇਰਵਾਲ ਹੈ ਉਹ ਐਕਟੀਵੇਟ ਹੋਣੀ ਚਾਹੀਦੀ ਹੈ, ਔਨ ਹੋਣੀ ਚਾਹੀਦੀ ਹੈ। ਚੂਜ਼ ਸਿਕਿਉਰ ਐਂਡ ਸਟਰੋਂਗ ਪਾਸਵਰਡ ਐਂਡ ਚੇਂਜ ਦੈਮ ਔਨ ਏ ਰੈਗੂਲਰ ਬੇਸਿਸ। ਤੁਸੀਂ ਜੋ ਵੀ ਪਾਸਵਰਡ ਬਣਾਉਂਦੇ ਹੋ ਵੱਖ-ਵੱਖ ਆਪਣੇ ਅਕਾਊਂਟਸ ਲਈ, ਵੈਬਸਾਈਟਸ ਲਈ, ਉਹ ਸਿਕਿਉਰ ਹੋਣਾ ਚਾਹੀਦਾ ਹੈ ਅਤੇ ਉਸਨੂੰ ਟਾਈਮ ਤੋਂ ਬਾਅਦ, ਸਮੇਂ-ਸਮੇਂ ਬਾਅਦ ਉਸਨੂੰ ਚੇਂਜ ਕਰਦੇ ਰਹਿਣਾ ਚਾਹੀਦਾ ਹੈ। ਇੰਸਟਾਲ ਅਪਡੇਟਸ ਐਂਡ ਪੈਚਸ ਫॉर ਯੂਅਰ ਆਪਰੇਟਿੰਗ ਸਿਸਟਮ ਐਜ਼ ਸੂਨ ਐਜ਼ ਦੇ ਬਿਕਮ ਅਵੇਲੇਬਲ। ਜਦੋਂ ਵੀ ਤੁਹਾਡੇ ਆਪਰੇਟਿੰਗ ਸਿਸਟਮ ਦੇ ਜੋ ਨਵੇਂ ਵਰਜ਼ਨ ਅਵੇਲੇਬਲ ਹੁੰਦੇ ਨੇ ਤੁਹਾਨੂੰ ਉਹਨਾਂ ਨੂੰ ਅਪਡੇਟ ਕਰਨਾ ਚਾਹੀਦਾ ਹੈ। ਨੈਵਰ ਕਲਿੱਕ ਔਨ ਲਿੰਕ ਇਨ ਈਮੇਲ ਅਨਲੈਸ ਯੂ ਆਰ 100% ਸ਼ੋਰ। ਜਿੰਨੇ ਟਾਈਮ ਤੱਕ ਤੁਸੀਂ ਕੰਪਲੀਟਲੀ ਸ਼ੋਰ ਨਹੀਂ ਹੁੰਦੇ ਕਿ ਜਿਹੜੇ ਵੀ ਲਿੰਕ ਦੇ ਉੱਤੇ ਜਾਂ ਈਮੇਲ ਦੇ ਕਿਸੇ ਖਾਸ ਲਿੰਕ ਉੱਤੇ ਤੁਸੀਂ ਕਲਿੱਕ ਕਰ ਰਹੇ ਹੋ ਸਿਕਿਉਰ ਹੈ ਕਿ ਨਹੀਂ, ਉਨੇ ਟਾਈਮ ਤੱਕ ਤੁਸੀਂ ਉਸ ਲਿੰਕ ਦੇ ਉੱਪਰ ਕਲਿੱਕ ਨਾ ਕਰੋ। ਸੋ ਕੁਛ ਮੈਥਡਸ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਆਪਣੀ ਸਿਕਿਉਰਿਟੀ ਬਣਾ ਸਕਦੇ ਹੋ ਇੰਟਰਨੈਟ ਦੇ ਉੱਪਰ। ਸੋ ਇਹ ਸੀ ਤੁਹਾਡਾ ਚੈਪਟਰ ਨੰਬਰ 2। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਚੈਪਟਰ ਦੀ ਵੀਡੀਓ ਚੰਗੀ ਲੱਗੀ ਹੋਵੇਗੀ। ਅਗਰ ਚੰਗੀ ਲੱਗੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।